गुड मॉर्निंग स्टूडेंट्स। ਅੱਜ ਆਪਾਂ ਆਪਣਾ ਚੈਪਟਰ 3 ਦਾ ਨੈਕਸਟ ਟੌਪਿਕਸ ਕਰਨ ਜਾ ਰਹੇ ਹਾਂ। ਮੇਰੇ ਲਾਸਟ ਲੈਕਚਰ ਦੇ ਵਿੱਚ ਆਪਾਂ ਓਜੈਨਿਸਿਸ ਕੀਤਾ ਔਰ ਐਲਐਸ ਆਫ ਓਵਰੀ ਕੀਤਾ ਔਰ ਜਿਹਦੇ ਵਿੱਚ ਆਪਾਂ ਦੇਖਿਆ ਕਿ ਓਵਰੀ ਦੇ ਵਿੱਚ ਡਿਫਰੈਂਟ ਸਟੇਜਸ ਆਫ ਫੋਲੀਕਲਸ ਨੇ ਔਰ ਜਦੋਂ ਫੋਲੀਕਲ ਮੈਚਿਓਰ ਹੋ ਗਿਆ, ਗ੍ਰੈਫਿਨ ਫੋਲੀਕਲ ਬਣ ਗਿਆ ਤੇ ਉਹਦੇ ਵਿੱਚੋਂ ਸੈਕੰਡਰੀ ਓਸਾਈਟ ਜੋ ਹੈਗਾ ਰਿਲੀਜ਼ ਹੋ ਜਾਂਦਾ ਹੈ। ਅੱਜ ਆਪਾਂ आई होप स्टूडेंट्स कि चैप्टर ਤੁਹਾਨੂੰ बहुत इन्फॉर्मेटिव और इंटरस्टिंग लग रहा होएगा क्योंकि ਆਪਾਂ ਆਪਣੀ ਖੁਦ ਦੀ ਬੋਡੀ ਦਾ ਰਿਪਰੋਡਕਟਿਵ ਸਿਸਟਮ ਜਿਹੜਾ ਹੈਗਾ ਉਹ ਪੜ੍ਹ ਰਹੇ ਹਾਂ। आई होप ਤੁਹਾਨੂੰ ਇਹ ਸਮਝ ਆ ਰਿਹਾ ਹੋਏਗਾ। ਅੱਜ ਆਪਾਂ ਆਪਣੇ ਨੈਕਸਟ ਟੌਪਿਕਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਹਿਊਮਨ ਦਾ ਜਿਹੜਾ ਐਗ ਹੈ, ਓਵਮ ਜਿਹੜਾ ਹੈਗਾ ਉਹਦਾ ਸਟਰਕਚਰ ਕਰਾਂਗੇ। ਦੈਨ ਵੀ ਵਿਲ ਡੂ ਦਾ ਮੈਨਸਟਰਲ ਸਾਈਕਲ ਐਂਡ ਈਸਟਰਸ ਸਾਈਕਲ। ਦੋਨੋਂ ਜਿਹੜੇ ਸਾਈਕਲਸ ਨੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹਨ। So first of all, let's start with the first topic and that is the structure of the egg. Human egg ਜਿਹੜਾ ਹੈ it is very small in size, a haploid structure ਹੈ, round body ਹੈ ਔਰ ਇਸ ਦੇ ਵਿੱਚ ਬਹੁਤ ਇੰਟਰਸਟਿੰਗ ਗੱਲ ਹੈ ਕਿ ਇਸ ਦਾ ਤੁਸੀਂ ਨਿਊਕਲੀਅਸ ਦੇਖ ਰਹੇ ਹੋ and nucleus has nucleolus also, but ਜਿਹੜਾ ਇਹਦਾ ਨਿਊਕਲੀਅਸ ਹੈ ਬੱਚਿਓ it is not in the center। ਨਿਊਕਲੀਅਸ ਜਿਹੜਾ ਹੈਗਾ ਇੱਕ ਸਾਈਡ ਵੱਲ ਨੂੰ ਹੈ, it is towards one side। ਸੋ ਇਸ ਕਰਕੇ ਜਿਹੜਾ ਐਗ ਹੈਗਾ ਇਸ ਦੇ ਕੋਲ ਇੱਕ ਪੋਲੈਰਿਟੀ ਹੁੰਦੀ ਹੈ। ਜਿਹੜੀ ਐਗ ਦੀ ਨਿਊਕਲੀਅਸ ਵਾਲੀ ਸਾਈਡ ਹੈ ਇਸ ਨੂੰ ਅਸੀਂ ਬੋਲਦੇ ਹਾਂ ਐਨੀਮਲ ਪੋਲ। ਇਟ ਇਜ਼ ਕਾਲਡ ਐਨੀਮਲ ਪੋਲ ਬਿਕੋਜ਼ ਜਦੋਂ ਫਰਟੀਲਾਈਜੇਸ਼ਨ ਦੇ ਟਾਈਮ 'ਤੇ ਸਪਰਮ ਆਉਂਦਾ ਹੈ, ਸਪਰਮ ਜਿਹੜਾ ਹੈ ਉਹ ਐਨੀਮਲ ਪੋਲ ਵਾਲੀ ਸਾਈਡ 'ਤੇ ਆਏਗਾ ਔਰ ਜਿਹੜੀ ਇਹਦੀ ਆਪੋਜ਼ਿਟ ਸਾਈਡ ਹੈ ਇਸ ਨੂੰ ਅਸੀਂ ਬੋਲਦੇ ਹਾਂ ਵੈਜੀਟਲ ਪੋਲ। ਦਿਸ ਇਜ਼ ਕਾਲਡ ਵੈਜੀਟਲ ਪੋਲ, ਰਾਈਟ। ਔਰ ਐਗ ਜਿਹੜਾ ਹੈਗਾ ਇਸ ਦਾ ਜਿਹੜਾ ਸਾਈਟੋਪਲਾਜ਼ਮ ਹੈ, ਜਿਹੜਾ ਬਾਹਰ ਵਾਲਾ ਸਾਈਟੋਪਲਾਜ਼ਮ ਹੈ, ਇਸ ਨੂੰ ਆਪਾਂ ਐਗ ਕੋਟਿਕਸ ਬੋਲਦੇ ਹਾਂ। ਇਹਨੂੰ ਸਾਈਟੋਪਲਾਜ਼ਮ ਨਹੀਂ ਕਹਿੰਦੇ। ਜਿਹੜਾ ਐਗ ਦਾ ਕੋਟਿਕਸ ਹੈ, ਬਾਹਰ ਵਾਲੀ ਸਾਈਡ ਹੈ, ਇਹ ਥੋੜ੍ਹਾ ਘੱਟ ਡੈਂਸ ਹੁੰਦਾ ਹੈ ਔਰ ਜਿਹੜੀ ਅੰਦਰ ਵਾਲੀ ਸਾਈਡ ਹੈ ਉਹ ਜ਼ਿਆਦਾ ਡੈਂਸ ਹੁੰਦੀ ਹੈ ਕਿਉਂਕਿ ਸਾਰੇ ਨਿਊਕਲੀਅਸ ਔਰ ਹੋਰ ਜਿਹੜੇ ਆਰਗਨਲਸ ਨੇ ਉਹ ਸਾਰੇ ਅੰਦਰ ਵਾਲੀ ਸਾਈਡ 'ਤੇ ਹੁੰਦੇ ਨੇ। ਜਿਹੜਾ ਹਿਊਮਨ ਦਾ ਐਗ ਹੈ ਉਹਦੇ 'ਚ ਜਿਹੜਾ ਯੋਕ ਕੰਟੈਂਟ ਹੁੰਦਾ ਉਹ ਬਹੁਤ ਘੱਟ ਹੁੰਦਾ ਹੈ, ਠੀਕ ਹੈ। ਸੋ ਜਿਹੜਾ ਨਿਊਕਲੀਅਸ ਹੈ ਇਸ ਨੂੰ ਅਸੀਂ ਜਰਮੀਨਲ ਵੈਸੀਕਲ ਬੋਲਦੇ ਹਾਂ। ਇਟ ਇਜ਼ ਆਲਸੋ ਨੋਨ ਐਜ਼ ਜਰਮੀਨਲ ਵੈਸੀਕਲ। ਸੋ ਦਿਸ ਨਿਊਕਲੀਅਸ ਇਟ ਇਜ਼ ਆਲਸੋ ਨੋਨ ਐਜ਼ ਜਰਮੀਨਲ ਵੈਸੀਕਲ, ਰਾਈਟ। ਨਾਓ ਉਸ ਤੋਂ ਬਾਅਦ ਜਿਹੜਾ ਨਿਊਕਲੀਅਸ ਹੈ ਉਸ ਦੇ ਬਾਹਰ ਤੁਸੀਂ ਦੇਖੋ ਇੱਕ ਮੈਂਬਰੇਨ ਹੈ, ਜਿਹੜਾ ਐਗ ਦੀ ਇੱਕ ਮੈਂਬਰੇਨ ਹੈ, ਆਪਣੀ ਪਲਾਜ਼ਮਾ ਮੈਂਬਰੇਨ ਹੈ। ਇਸ ਨੂੰ ਅਸੀਂ ਵਿਟਿਲਾਈਨ ਮੈਂਬਰੇਨ ਵੀ ਬੋਲਦੇ ਹਾਂ। ਇਟ ਇਜ਼ ਨੋਨ ਐਜ਼ ਵਿਟਿਲਾਈਨ ਮੈਂਬਰੇਨ। ਇਟ ਇਜ਼ ਸਿਕਰੀਟਿਡ ਬਾਈ ਸੈੱਲ ਇਟਸੈਲਫ, ਠੀਕ ਹੈ। ਵਿਟਿਲਾਈਨ ਮੈਂਬਰੇਨ ਤੋਂ ਬਾਅਦ ਇੱਕ ਨॉन ਸੈਲੂਲਰ ਲੇਅਰ ਹੈ, ਆਪਾਂ ਗ੍ਰੈਫਿਨ ਫੋਲੀਕਲ ਦੇ ਵਿੱਚ ਵੀ ਦੇਖੀ ਸੀ। ਇਸ ਨੂੰ ਅਸੀਂ ਬੋਲਦੇ ਹਾਂ ਜ਼ੋਨਾ ਪੈਲਿਊਸਿਡਾ। ਆਹ ਲੇਅਰ ਹੈ ਜੋ ਕਿ ਪਲਾਜ਼ਮਾ ਮੈਂਬਰੇਨ ਤੋਂ ਬਾਹਰ ਹੈ। ਸਭ ਤੋਂ ਬਾਹਰ ਇੱਕ ਲੇਅਰ ਹੈ ਜਿਸ ਨੂੰ ਅਸੀਂ ਕੋਰੋਨਾ ਰੇਡੀਏਟਾ ਬੋਲਦੇ ਹਾਂ। ਇਹ ਜਿਹੜੀ ਲੇਅਰ ਹੈ ਇਹ ਫੋਲੀਕਲਸ ਤੋਂ ਹੀ ਮਿਲ ਕੇ ਬਣੀ ਹੋਈ ਹੈ। ਸੋ ਦੇ ਅਪੀਅਰ ਐਜ਼ ਰੇਡੀਏਟਿੰਗ, ਜਿਵੇਂ ਬਾਹਰ ਦੀ ਤਰਫ ਉਹ ਰੇਡੀਏਟ ਕਰ ਰਹੇ ਨੇ, ਇੱਕ ਸਟਰਕਚਰ ਬਣਾ ਰਹੇ ਨੇ, ਇਸ ਨੂੰ ਅਸੀਂ ਬੋਲਦੇ ਹਾਂ ਕੋਰੋਨਾ ਰੇਡੀਏਟਾ। ਸੋ ਬੱਚੇ ਐਗ ਜਿਹੜਾ ਹੈਗਾ ਇਹਦੇ ਕੋਲ 3 ਮੈਂਬਰੇਨਸ ਨੇ। ਸਭ ਤੋਂ ਨੰਬਰ 1 ਤੇ ਹੈਗੀ ਪਲਾਜ਼ਮਾ ਮੈਂਬਰੇਨ। ਪਲਾਜ਼ਮਾ ਮੈਂਬਰੇਨ ਦੇ ਬਾਹਰ ਹੈਗੀ ਜ਼ੋਨਾ ਪੈਲਿਊਸਿਡਾ ਔਰ ਸਭ ਤੋਂ ਬਾਹਰ ਜਿਹੜੀ ਹੈਗੀ ਹੈ ਦੈਟ ਇਜ਼ ਕੋਰੋਨਾ ਰੇਡੀਏਟਾ। ਔਰ ਐਗ ਦਾ ਮੋਸਟ ਇੰਪੋਰਟੈਂਟ ਪੁਆਇੰਟ, ਜਿਹੜਾ ਐਗ ਦਾ ਨਿਊਕਲੀਅਸ ਹੈ ਐਕਸੈਂਟਰਿਕ ਹੈ, ਇੱਕ ਸਾਈਡ ਵੱਲ ਨੂੰ ਹੈ। ਜਿਹੜੀ ਐਗ ਦੀ ਨਿਊਕਲੀਅਸ ਵਾਲੀ ਸਾਈਡ ਹੈ ਦੈਟ ਇਜ਼ ਨੋਨ ਐਜ਼ ਐਨੀਮਲ ਪੋਲ ਔਰ ਦੂਸਰੀ ਜਿਹੜੀ ਹੈ ਦੈਟ ਇਜ਼ ਨੋਨ ਐਜ਼ ਵੈਜੀਟਲ ਪੋਲ। ਸੋ ਆਈ ਹੋਪ ਤੁਹਾਨੂੰ ਇਹ ਸਟਰਕਚਰ ਸਮਝ ਆ ਗਿਆ ਹੋਏਗਾ। ਨੈਕਸਟ ਆਪਾਂ ਨੈਕਸਟ ਟੌਪਿਕ ਕਰਨ ਜਾ ਰਹੇ ਹਾਂ ਦੈਟ ਇਜ਼ ਮੈਨਸਟਰਲ ਸਾਈਕਲ ਵਿਚ ਇਜ਼ ਵੈਰੀ ਇੰਟਰਸਟਿੰਗ ਟੌਪਿਕਸ ਬੱਚੇ। ਨਾਓ ਮੈਨਸਟਰਲ ਸਾਈਕਲ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਇਹ ਫੀਮੇਲ ਪ੍ਰਾਈਮੇਟਸ ਦੇ ਵਿੱਚ ਹੁੰਦਾ ਹੈ, ਸਾਰੇ ਮੈਮਲਸ ਦੇ ਵਿੱਚ ਨਹੀਂ ਹੁੰਦਾ ਬੱਚੇ। ਜਿਹੜੇ ਪ੍ਰਾਈਮੇਟਸ ਨੇ ਜਿਹਦੇ ਵਿੱਚ ਮੰਕੀਜ਼ ਹੈ, ਏਪਸ ਨੇ ਜਾਂ ਹਿਊਮਨ ਫੀਮੇਲਸ ਜਿਹੜੀਆਂ ਹੈ ਉਹਨਾਂ ਦੇ ਵਿੱਚ ਰਿਪਰੋਡਕਟਿਵ ਸਾਈਕਲ ਹੈ ਜਿਸ ਨੂੰ ਅਸੀਂ ਮੈਨਸਟਰਲ ਸਾਈਕਲ ਬੋਲਦੇ ਹਾਂ। ਜਦੋਂ ਮੈਨਸਟਰਲ ਸਾਈਕਲ, ਜਦੋਂ ਪਿਊਬਰਟੀ ਆਉਂਦੀ ਹੈ, ਪਿਊਬਰਟੀ ਸਟੇਜ ਆਉਂਦੀ ਹੈ, ਹਾਰਮੋਨਲ ਚੇਂਜਸ ਹੁੰਦੇ ਨੇ। ਮੈਂ ਤੁਹਾਨੂੰ ਲਾਸਟ ਲੈਕਚਰ ਵਿੱਚ ਵੀ ਦੱਸਿਆ ਸੀ ਕਿਸ ਤਰ੍ਹਾਂ ਸਾਡਾ ਹਾਈਪੋਥੈਲੇਮਸ ਜੋ ਹੈ ਉਹ ਗੋਨੈਡੋਟ੍ਰੋਫਿਨ ਹਾਰਮੋਨਸ ਰਿਲੀਜ਼ ਕਰਦਾ ਹੈ ਜਿਸ ਨਾਲ ਪਿਟਿਊਟਰੀ ਜਿਹੜੀ ਹੈ ਉਹ ਸਟਿਮੂਲੇਟ ਹੋ ਕੇ FSH ਔਰ LH ਬਣਾਉਂਦੀ ਹੈ। ਸੋ ਜਦੋਂ ਸਾਡੇ ਫੀਮੇਲ ਦੇ ਔਰ ਅੱਗੇ ਜਾ ਕੇ ਉਹ ਫੀਮੇਲ ਸੈਕਸ ਹਾਰਮੋਨਸ ਪ੍ਰੋਡਿਊਸ ਕਰਦੇ ਹੈ। ਸੋ ਜਦੋਂ ਫੀਮੇਲ ਦੇ ਸੈਕਸ ਹਾਰਮੋਨਸ ਬਣਦੇ ਹੈ, ਜਦੋਂ ਪਿਊਬਰਟੀ ਆਉਂਦੀ ਹੈ, ਉਸ ਸਮੇਂ ਸਾਡੀ ਮੈਨਸੂਰੇਸ਼ਨ ਜਿਹੜੀ ਹੈ ਉਹ ਸਟਾਰਟ ਹੁੰਦੀ ਹੈ। ਜਦੋਂ ਫਸਟ ਟਾਈਮ ਔਰ ਮੋਸਟਲੀ 10 to 14 ਈਅਰਸ ਦੀ ਏਜ ਹੈਗੀ ਹੈ, ਜਦੋਂ ਫਸਟ ਟਾਈਮ ਪੀਰੀਅਡਸ ਆਉਂਦੇ ਨੇ, ਜਦੋਂ ਫਸਟ ਮੈਨਸੂਰੇਸ਼ਨ ਆਉਂਦੀ ਹੈ ਉਸ ਨੂੰ ਅਸੀਂ ਮਿਨਾਰਕੀ ਬੋਲਦੇ ਹਾਂ। ਦੈਟ ਇਜ਼ ਨੋਨ ਐਜ਼ ਮਿਨਾਰਕੀ।
ਮੈਂਸਟਰਲ ਜਿਹੜਾ ਸਾਈਕਲ ਹੈ ਉਹਦਾ ਨੋਰਮਲੀ ਜਿਹੜਾ ਸਾਈਕਲ ਹੈਗਾ 28 ਜਾਂ 29 ਡੇਜ਼ ਦਾ ਹੁੰਦਾ ਹੈ। ਇਹ ਕੋਈ ਫਿਕਸ ਨਹੀਂ ਹੈ, ਕਈ ਵਾਰ 27 ਡੇਜ਼ ਦਾ ਹੁੰਦਾ ਹੈ। ਕਈ ਵਾਰੀ ਕਿਸੇ ਪਰਸਨ ਦੀ ਹੈਲਥ ਨੂੰ ਦੇਖਦੇ ਹੋਏ, ਉਹਦੀ ਫੂਡ ਇਨਟੇਕ, ਉਹਦੇ ਹੋਰ ਕਈ ਫੈਕਟਰਸ ਨੇ, ਬਟ ਨੋਰਮਲ ਆਪਾਂ ਲੈਂਦੇ ਹਾਂ ਕਿ ਜਿਹੜਾ ਮੈਂਸਟਰਲ ਸਾਈਕਲ ਹੈ ਉਹ 28 to 29 ਡੇਜ਼ ਦਾ ਹੁੰਦਾ ਹੈ। ਈਵੈਂਟਸ ਜਿਹੜੀਆਂ ਨੇ, ਸਾਈਕਲ ਆਫ ਈਵੈਂਟਸ ਫਰੋਮ ਵਨ ਮੈਂਸੂਰੇਸ਼ਨ ਸਾਈਕਲ ਟੂ ਦ ਨੈਕਸਟ। ਅੱਜ ਸਾਡਾ ਸਾਈਕਲ ਸਟਾਰਟ ਹੋਇਆ ਔਰ ਉਸ ਤੋਂ ਬਾਅਦ ਪੂਰਾ ਸਾਈਕਲ ਸਾਡਾ ਚੱਲਿਆ, ਉਸ ਤੋਂ ਬਾਅਦ ਜਦੋਂ ਨੈਕਸਟ ਸਾਈਕਲ ਨੈਕਸਟ ਮੰਥ ਸ਼ੁਰੂ ਹੋਏਗਾ ਉਸ ਨੂੰ ਅਸੀਂ ਮੈਂਸਟਰਲ ਸਾਈਕਲ ਬੋਲਦੇ ਹਾਂ। ਦੈਨ ਇੱਕ ਵਰਡ ਆ ਰਿਹਾ ਹੈ ਮੀਨੋਪੌਜ਼। ਮੀਨੋਪੌਜ਼ ਕਿਆ ਹੁੰਦਾ ਹੈ? ਫੀਮੇਲ ਬੋਡੀ ਦੇ ਵਿੱਚ ਜਦੋਂ ਫੀਮੇਲ ਦੀ ਏਜ 45 ਤੋਂ ਲੈ ਕੇ 55 ਦੇ ਵਿੱਚ ਹੈਗੀ ਹੈ, ਤਾਂ ਕਈ ਵਾਰ ਕਿਸੇ ਨੂੰ 48, ਕਿਸੇ ਨੂੰ 49, ਕਿਸੇ ਨੂੰ 50। ਸੋ ਇਸ ਏਜ ਦੇ ਵਿੱਚ ਜਿਹੜਾ ਮੈਂਸੂਰੇਸ਼ਨ ਸਾਈਕਲ ਜਿਹੜਾ ਹੈ ਉਹ ਸਟਾਪ ਹੋ ਜਾਂਦਾ ਹੈ, ਓਵਿਊਲੇਸ਼ਨ ਜਿਹੜੀ ਹੈ ਉਹ ਰੁਕ ਜਾਂਦੀ ਹੈ। ਇਸ ਨੂੰ ਅਸੀਂ ਮੀਨੋਪੌਜ਼ ਬੋਲਦੇ ਹਾਂ। ਮੀਨੋਪੌਜ਼ ਕਿਉਂਕਿ ਜਿਹੜਾ ਸੈਕਸ ਹਾਰਮੋਨ ਹੈ ਫੀਮੇਲ ਦਾ, ਐਸਟ੍ਰੋਜਨ, ਉਸ ਦਾ ਲੈਵਲ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਔਰ ਇਸ ਦੇ ਨਾਲ ਫੀਮੇਲ ਦੀ ਬੋਡੀ ਦੇ ਵਿੱਚ ਕਈ ਚੇਂਜਸ ਆਉਂਦੇ ਆ, ਜਿਵੇਂ ਹੌਟ ਫਲੈਸ਼ਿਸ ਆਉਂਦੇ ਨੇ ਔਰ ਕਈ ਵਾਰੀ ਮੂਡ ਸਵਿੰਗਸ ਹੋ ਜਾਂਦੇ ਨੇ, ਕਈ ਵਾਰ ਬੋਡੀ ਦੇ ਉੱਪਰ ਹੇਅਰਸ ਵੀ ਗਰੋ ਕਰਨ ਲੱਗ ਜਾਂਦੇ ਨੇ। ਇਹ ਸਾਰੇ ਜਿਹੜੇ ਸਿੰਪਟਮਸ ਨੇ ਇਹ ਸੈਕਸ ਹਾਰਮੋਨ ਦੇ ਡਿਕਲਾਈਨ ਹੋਣ ਦੇ ਨਾਲ ਹੁੰਦੇ ਨੇ। ਸੋ ਦਿਸ ਇਜ਼ ਕਾਲਡ ਮੀਨੋਪੌਜ਼। ਜਿਹੜਾ ਮੈਂਸੂਰੇਸ਼ਨ ਸਾਈਕਲ ਹੈ ਉਹ ਮੀਨੋਪੌਜ਼ ਦੇ ਵਿੱਚ ਤਾਂ ਉਹ ਪਰਮਾਨੈਂਟਲੀ ਬੰਦ ਹੋ ਗਿਆ, ਬਟ ਅਦਰਵਾਈਜ਼ ਉਹ ਟੈਂਪਰੇਰੀਲੀ ਸਸਪੈਂਡ ਹੋ ਜਾਂਦਾ ਹੈ ਐਟ ਦਾ ਟਾਈਮ ਆਫ ਪ੍ਰੈਗਨੈਂਸੀ। ਜਦੋਂ ਫੀਮੇਲ ਪ੍ਰੈਗਨੈਂਟ ਹੋ ਗਈ ਹੈ ਤਾਂ ਜਿਹੜਾ ਉਹਦਾ ਗੈਸਟੇਸ਼ਨ ਪੀਰੀਅਡ ਰਹੇਗਾ ਉਸ ਦੇ ਵਿੱਚ ਉਹਨੂੰ ਮੈਂਸੂਰੇਸ਼ਨ ਨਹੀਂ ਆਏਗਾ। ਔਰ ਦੂਸਰੀ ਗੱਲ, ਲੈਕਟੇਸ਼ਨ, ਜਦੋਂ ਉਹ ਆਪਣੇ ਬੱਚੇ ਨੂੰ ਫੀਡ ਕਰ ਰਹੀ ਹੈ, ਲੈਕਟੇਸ਼ਨ ਪੀਰੀਅਡ ਹੈ, ਉਸ ਸਮੇਂ ਵੀ ਮੈਂਸਟਰਲ ਸਾਈਕਲ ਜਿਹੜਾ ਹੈਗਾ ਉਹ ਟੈਂਪਰੇਰੀਲੀ ਸਪਰੈਸ ਹੋ ਜਾਂਦਾ ਹੈ। ਨੈਕਸਟ ਬੱਚੇ, ਮੈਂਸੂਰੇਸ਼ਨ ਜਿਹੜਾ ਸਾਈਕਲ ਹੈ ਇਸ ਨੂੰ ਸਮਝਣ ਵਾਸਤੇ ਇਹਦੇ 4 ਫੇਜ਼ਿਸ ਨੇ। ਫਸਟ ਫੇਜ਼ ਨੂੰ ਆਪਾਂ ਮੈਂਸਟਰਲ ਫੇਜ਼ ਕਹਿੰਦੇ ਹਾਂ, ਦੂਸਰੇ ਨੂੰ ਆਪਾਂ ਫੋਲੀਕੂਲਰ ਫੇਜ਼ ਕਹਿੰਦੇ ਹਾਂ। ਇਟ ਇਜ਼ ਆਲਸੋ ਨੋਨ ਐਜ਼ ਪ੍ਰੋਲੀਫਰੇਟਿਵ ਫੇਜ਼, ਮੈਂ ਤੁਹਾਨੂੰ ਹੁਣੇ ਸਮਝਾਉਂਗੀ। ਦੈਨ ਉਸ ਤੋਂ ਬਾਅਦ ਤੀਸਰਾ ਫੇਜ਼ ਹੈ, ਉਸ ਨੂੰ ਅਸੀਂ ਓਵਿਊਲੇਟਰੀ ਫੇਜ਼ ਕਹਿੰਦੇ ਹਾਂ। ਔਰ ਉਸ ਤੋਂ ਬਾਅਦ ਨੈਕਸਟ ਫੇਜ਼ ਜਿਹੜਾ ਹੈਗਾ ਫੋਰਥ ਫੇਜ਼, ਇਸ ਨੂੰ ਅਸੀਂ ਲਿਊਟੀਅਲ ਫੇਜ਼ ਕਹਿੰਦੇ ਹਾਂ। ਇਟ ਇਜ਼ ਆਲਸੋ ਨੋਨ ਐਜ਼ ਸਿਕਰੀਟਰੀ ਫੇਜ਼। ਔਰ ਇੱਥੇ ਮੈਂ ਇੱਕ ਸਾਈਕਲ ਬਣਾਇਆ ਹੈ ਜਿਹਦੇ ਵਿੱਚ ਚਾਰੋਂ ਫੇਜ਼ ਜਿਹੜੇ ਨੇ ਮੈਂ ਤੁਹਾਨੂੰ ਇੱਕ ਸਾਈਕਲਿਕ ਫਾਰਮ ਦੇ ਵਿੱਚ ਸ਼ੋ ਕੀਤੇ ਨੇ। ਸੋ ਇਹ ਮੈਂਸਟਰਲ ਸਾਈਕਲ ਹੈ। ਨਾਓ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਮੈਂਸਟਰਲ ਸਾਈਕਲ ਆਪਣੇ ਫਰਸਟ ਫੇਜ਼ ਤੋਂ, ਦੈਟ ਇਜ਼ ਨੋਨ ਐਜ਼ ਮੈਂਸਟਰਲ ਫੇਜ਼। ਮੈਂਸਟਰਲ ਫੇਜ਼ ਜਦੋਂ ਸਾਡੇ, ਆਪਾਂ ਇੱਦਾਂ ਮੰਨ ਕੇ ਚੱਲਾਂਗੇ ਕਿ ਜਿਵੇਂ ਸਾਡਾ ਅੱਜ ਫਰਸਟ ਡੇ ਹੈ, ਸਾਡੇ ਪੀਰੀਅਡਸ ਸਟਾਰਟ ਹੋਏ ਨੇ। ਪੀਰੀਅਡਸ ਦਾ ਜਿਹੜਾ ਫਰਸਟ ਡੇ ਹੈ, ਜਦੋਂ ਬਲੀਡਿੰਗ ਸਟਾਰਟ ਹੁੰਦੀ ਹੈ, ਉਹ ਜਿਹੜਾ ਫੇਜ਼ ਹੈ ਉਸ ਨੂੰ ਅਸੀਂ ਮੈਂਸਟਰਲ ਫੇਜ਼ ਕਹਿੰਦੇ ਹਾਂ। ਔਰ ਮੈਂਸਟਰਲ ਫੇਜ਼ ਉਦੋਂ ਹੋਏਗਾ ਜਦੋਂ ਸਾਡੀ ਓਵਰੀ 'ਚੋਂ ਓਵਮ ਰਿਲੀਜ਼ ਹੋਇਆ ਬਟ ਉਹ ਫਰਟੀਲਾਈਜ਼ ਨਹੀਂ ਹੋਇਆ। ਠੀਕ ਹੈ, ਅਨਫਰਟੀਲਾਈਜ਼ਡ ਓਵਮ ਹੈ, ਤਾਂ ਉਸ ਜਿਹੜਾ ਫੇਜ਼ ਹੈ ਉਦੋਂ ਉਹ 4 to 5 ਡੇਜ਼ ਸਾਡਾ ਮੈਂਸੂਰੇਸ਼ਨ ਫੇਜ਼ ਹੁੰਦਾ ਹੈ ਨੋਰਮਲੀ। ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਯੂਟਰਸ ਦੀ ਜਿਹੜੀ ਅੰਦਰ ਵਾਲੀ ਲਾਈਨਿੰਗ ਹੈ, ਐਂਡੋਮੀਟਰੀਅਮ ਲੇਅਰ, ਜੋ ਬਹੁਤ ਜ਼ਿਆਦਾ ਗਲੈਂਡੂਲਰ ਲੇਅਰ ਹੈ, ਵਾਸਕੂਲਰ ਲੇਅਰ ਹੈ। ਸੋ ਮੈਂ ਤੁਹਾਨੂੰ ਮੈਂਸੂਰੇਸ਼ਨ ਫੇਜ਼ ਐਕਸਪਲੇਨ ਕਰ ਰਹੀ ਹਾਂ, ਪਰ ਜਿੱਦਾਂ ਜਿੱਦਾਂ ਆਪਾਂ ਨੈਕਸਟ ਫੇਜ਼ ਵੱਲ ਪ੍ਰੋਸੀਡ ਕਰਾਂਗੇ ਉਸ ਤਰ੍ਹਾਂ ਤੁਹਾਨੂੰ ਇਹ ਹੋਰ ਵੀ ਜ਼ਿਆਦਾ ਅੱਛੀ ਤਰ੍ਹਾਂ ਕਲੀਅਰ ਹੋ ਜਾਏਗਾ। ਜਦੋਂ ਸਾਡੇ ਮੈਂਸਿਸ ਆਉਂਦੇ ਹੈ ਉਸ ਸਮੇਂ ਕੀ ਹੈਗਾ ਕਿ ਐਗ ਫਰਟੀਲਾਈਜ਼ ਨਹੀਂ ਹੋਇਆ। ਐਂਡੋਮੀਟਰੀਅਮ ਲੇਅਰ ਜਿਹੜੀ ਸੀਗੀ ਉਹ ਕਿਉਂ ਤਿਆਰ ਹੋਈ ਸੀ? ਕਿਉਂਕਿ ਅਗਰ ਐਗ ਫਰਟੀਲਾਈਜ਼ ਹੋ ਜਾਏਗਾ ਤਾਂ ਉਹਨੇ ਉੱਥੇ ਇੰਪਲਾਂਟ ਹੋਣਾ ਸੀਗਾ, ਲੇਕਿਨ ਐਗ ਤਾਂ ਫਰਟੀਲਾਈਜ਼ ਹੀ ਨਹੀਂ ਹੋਇਆ। ਸੋ ਐਂਡੋਮੀਟਰੀਅਮ ਲੇਅਰ ਜੋ ਹੈ ਉਹ ਲੋਸਟ ਹੋ ਜਾਏਗੀ। ਜਦੋਂ ਸਾਡੇ ਮੈਂਸਿਸ ਆਉਂਦੇ ਆ ਉਸ ਸਮੇਂ ਸਾਡਾ ਜਿਹੜਾ ਪ੍ਰੋਜੈਸਟਰੋਨ ਹਾਰਮੋਨ ਹੈ, ਪ੍ਰੋਜੈਸਟਰੋਨ ਹਾਰਮੋਨ ਜਿਹੜਾ ਹੈਗਾ ਇਸ ਦਾ ਲੈਵਲ ਬਹੁਤ ਜ਼ਿਆਦਾ ਲੋ ਹੋ ਜਾਂਦਾ ਹੈ, ਕਿਉਂਕਿ ਇਹੀ ਹਾਰਮੋਨ ਹੈ ਜੋ ਸਾਡੀ ਐਂਡੋਮੀਟਰੀਅਮ ਲੇਅਰ ਨੂੰ ਮੇਨਟੇਨ ਕਰਦਾ ਹੈ। ਸੋ ਜਦੋਂ ਮੈਂਸਿਸ ਆਉਂਦੇ ਆ ਤਾਂ ਜਿਹੜਾ ਅਨਫਰਟੀਲਾਈਜ਼ਡ ਓਵਮ ਹੈ ਉਸ ਦੇ ਨਾਲ ਜਿਹੜੀ ਐਂਡੋਮੀਟਰੀਅਮ ਰਪਚਰ ਹੋ ਚੁੱਕੀ ਹੈ ਔਰ ਉਸ ਦੇ ਨਾਲ ਅਰਾਊਂਡ 50 to 100 ml ਜਿਹੜਾ ਬਲੱਡ ਹੈਗਾ ਉਹ ਸਾਡੇ ਵਜਾਈਨਾ ਦੇ ਵਿੱਚੋਂ ਡਿਸਚਾਰਜ ਹੋ ਜਾਂਦਾ ਹੈ, ਜਿਸ ਨੂੰ ਆਪਾਂ ਬਲੀਡਿੰਗ ਕਹਿੰਦੇ ਹਾਂ। ਠੀਕ ਹੈ, ਸੋ ਹੁਣ ਕੀ ਹੋਏਗਾ, ਇੱਥੇ ਮੈਂ ਇੱਕ ਡਿਫਰੈਂਟ ਹਾਰਮੋਨਸ ਦਾ ਲੈਵਲ ਬਣਾਇਆ ਹੈ। ਫਸਟ 5 ਡੇਜ਼ ਮੈਂ ਸ਼ੋ ਕਰ ਰਹੀ ਹਾਂ। ਇਹਦਾ ਮਤਲਬ ਜਿਹੜਾ ਐਂਡੋਮੀਟਰੀਅਮ ਹੈਗੀ ਹੈ ਲੇਅਰ, ਉਹ ਸਾਰੀ ਕੀ ਹੈਗੀ ਹੈ, ਉਹ ਰਪਚਰ ਹੋ ਗਈ ਹੈ, ਖਤਮ ਹੋ ਰਹੀ ਹੈ। ਔਰ ਜਿਹੜਾ ਪ੍ਰੋਗੈਸਟਰੋਨ ਹਾਰਮੋਨ ਹੈ ਇਹਦਾ ਲੈਵਲ ਬਹੁਤ ਜ਼ਿਆਦਾ ਲੋ ਹੋ ਗਿਆ।
ਐਸਟ੍ਰੋਜਨ ਵੀ ਲੋ ਹੈ ਤੇ FSH ਔਰ LH ਜਿਹੜੇ ਹਾਰਮੋਨਸ ਨੇ ਇਹਨਾਂ ਦਾ ਲੈਵਲ ਵੀ ਬਹੁਤ ਲੋ ਹੈ ਕਿਉਂਕਿ ਬਲੀਡਿੰਗ ਹੋ ਰਹੀ ਹੈ, ਮੈਂਸੂਰੇਸ਼ਨ ਹੋ ਰਹੀ ਹੈ। ਔਰ ਓਵਰੀ ਦੇ ਵਿੱਚ ਕਿਉਂਕਿ ਐਵਰੀ ਮੰਥ ਸਿਰਫ ਜਿੰਨੇ ਓਵਰੀ ਕੋਲ ਕਿੰਨੇ ਫੋਲੀਕਲਸ ਨੇ 60,000 ਤੋਂ 80,000 ਮੈਂ ਤੁਹਾਨੂੰ ਦੱਸਿਆ ਸੀ ਪਿਊਬਰਟੀ ਦੇ ਟਾਈਮ ਫੋਲੀਕਲਸ ਹੁੰਦੇ ਹੈ, ਬਟ ਐਵਰੀ ਮੰਥ ਸਿਰਫ ਇੱਕ ਫੋਲੀਕਲ ਮੈਚਿਓਰ ਹੁੰਦਾ ਔਰ ਗ੍ਰੈਫੀਨ ਫੋਲੀਕਲ ਬਣਾਉਂਦਾ ਹੈ। ਸੋ ਇਸ ਸਟੇਜ ਤੇ ਓਵਰੀ ਦੇ ਵਿੱਚ ਬਾਕੀ ਜਿਹੜੇ ਫੋਲੀਕਲਸ ਨੇ ਸਾਰੇ ਉਹ ਇਮੈਚਿਓਰ ਹੈ ਔਰ ਇਹ ਸਾਡੀ ਫਰਸਟ ਸਟੇਜ ਹੈਗੀ ਹੈ। ਲੈਟਸ ਗੋ ਟੂ ਦਾ ਸੈਕਿੰਡ ਸਟੇਜ। ਹੁਣ ਕੀ ਹੋਇਆ ਬੱਚੇ, ਨੈਕਸਟ ਸਟੇਜ ਜਿਹੜੀ ਹੈ ਇਹਨੂੰ ਅਸੀਂ ਫੋਲੀਕੂਲਰ ਸਟੇਜ ਕਹਿੰਦੇ ਹਾਂ ਔਰ ਇਹਨੂੰ ਅਸੀਂ ਪ੍ਰੋਲੀਫਰੇਟਿਵ ਫੇਜ਼ ਵੀ ਕਹਿੰਦੇ ਹਾਂ। 5 ਡੇਜ਼ ਤੋਂ ਬਾਅਦ ਜਦੋਂ ਸਾਡੇ ਮੈਂਸਿਸ ਖਤਮ ਹੋ ਗਏ ਤੇ 6th ਡੇ ਤੋਂ ਲੈ ਕੇ ਜਿਹੜੇ ਅਗਲੇ 13 ਦਿਨ ਤੱਕ ਦਾ ਟਾਈਮ ਹੈਗਾ ਜਾਂ ਫੇਜ਼ ਹੈਗਾ ਉਸ ਨੂੰ ਅਸੀਂ ਫੋਲੀਕੂਲਰ ਫੇਜ਼ ਬੋਲਦੇ ਹਾਂ। ਹੁਣ ਕੀ ਹੈਗਾ, ਜਿਹੜੀ ਸਾਡੀ ਬੋਡੀ ਹੈ ਉਸ ਦੇ ਵਿੱਚ ਲਿਊਟੇਨਾਈਜ਼ਿੰਗ ਹਾਰਮੋਨ ਔਰ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਜਿਹੜਾ ਹੈਗਾ ਉਹ ਇਨਕਰੀਜ਼ ਹੋਏਗਾ। ਐਜ਼ ਦਾ ਨੇਮ ਇੰਡੀਕੇਟ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ, ਉਹ ਹਾਰਮੋਨਸ ਜੋ ਕਿ ਫੋਲੀਕਲਸ ਬਣਾਏਗਾ। ਠੀਕ ਹੈ, ਹੁਣ ਇੱਥੇ ਕੀ ਹੋਏਗਾ, ਜਦੋਂ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਦਾ ਲੈਵਲ ਇਨਕਰੀਜ਼ ਹੋਏਗਾ ਤਾਂ ਪ੍ਰਾਇਮਰੀ ਫੋਲੀਕਲਸ ਜਿਹੜੇ ਸੀਗੇ ਉਹ ਕਿਹਦੇ 'ਚ ਚੇਂਜ ਹੋ ਜਾਣਗੇ, ਗ੍ਰੈਫੀਅਨ ਫੋਲੀਕਲ ਦੇ ਵਿੱਚ। ਠੀਕ ਹੈ, ਔਰ ਫੇਜ਼ ਦਾ ਧਿਆਨ ਰੱਖਣਾ ਹੈ, ਸਾਡੀ ਮੈਂਸੂਰੇਸ਼ਨ ਹੁਣ ਬੰਦ ਹੋ ਚੁੱਕੀ ਹੈ, ਹੁਣ ਬੋਡੀ ਆਪਣੇ ਨੈਕਸਟ ਫੇਜ਼ ਦੇ ਵਿੱਚ ਜਾ ਰਹੀ ਹੈ। ਜਦੋਂ ਹੀ FSH ਕੀ ਕਰੇਗਾ, ਜਿਹੜੇ ਓਵਰੀ ਦੇ ਵਿੱਚ ਫੋਲੀਕਲਸ ਨੇ ਉਹਨਾਂ ਨੂੰ ਸਟਿਮੂਲੇਟ ਕਰੇਗਾ ਔਰ ਸਾਡਾ ਬਹੁਤ ਇੰਪੋਰਟੈਂਟ ਫੀਮੇਲ ਸੈਕਸ ਹਾਰਮੋਨ ਬਣੇਗਾ, ਦੈਟ ਇਜ਼ ਨੋਨ ਐਜ਼ ਐਸਟ੍ਰੋਜਨ। ਐਸਟ੍ਰੋਜਨ ਜਿਹੜਾ ਹੈਗਾ ਉਹ ਜਿਹੜਾ ਸਾਡੇ ਸੈਕੰਡਰੀ ਸੈਕਸ ਆਰਗਨਸ ਨੇ ਉਹਨਾਂ ਨੂੰ ਤਿਆਰ ਕਰੇਗਾ, ਉਹਨਾਂ ਦੇ ਗਰੋਥ, ਉਹਨਾਂ ਦੇ ਮੇਨਟੇਨੈਂਸ ਵੱਲ ਧਿਆਨ ਕਰੇਗਾ। ਔਰ ਇਸ ਸਮੇਂ ਕੀ ਹੋਏਗਾ, ਸਾਡਾ ਜਿਹੜਾ ਆਪਾਂ ਅੱਗੇ ਪ੍ਰੋਸੀਡ ਕਰ ਰਹੇ ਹਾਂ, ਮੋਸਟ ਇੰਪੋਰਟੈਂਟ ਚੀਜ਼ ਦੇਖੋ ਕੀ ਹੋ ਰਹੀ ਹੈ, ਜਿਹੜੀ ਸਾਡੀ ਐਂਡੋਮੀਟਰੀਅਮ, ਮੈਂ ਡੇ 5 ਤੋਂ ਡੇ 13 ਇੱਥੇ ਸ਼ੋ ਕਰ ਰਹੀ ਹਾਂ। ਐਂਡੋਮੀਟਰੀਅਮ ਜਿਹੜੀ ਹੈ ਉਹ ਸਾਡੀ ਗਰੋ ਕਰ ਰਹੀ ਹੈ, ਪ੍ਰੋਲੀਫਰੇਟ ਕਰ ਰਹੀ ਹੈ, ਉਹਦਾ ਸਾਈਜ਼ ਵੱਧ ਰਿਹਾ ਹੈਗਾ ਔਰ ਉਹ ਜ਼ਿਆਦਾ ਥਿਕ ਹੋ ਗਈ ਹੈ, ਉਹਦੀ ਥਿਕਨੈਸ ਹੋ ਗਈ ਹੈ 2 ਤੋਂ ਲੈ ਕੇ 3 mm। ਠੀਕ ਹੈ, ਪ੍ਰੋਲੀਫਰੇਸ਼ਨ ਹੁੰਦੀ ਹੈ ਵੈਨ ਐਂਡੋਮੀਟਰੀਅਮ ਦੇ ਜਿਹੜੇ ਸੈਲਸ ਨੇ ਉਹ ਮਲਟੀਪਲਾਈ ਕਰਦੇ ਨੇ, ਦੇ ਇਨਕਰੀਜ਼ ਇਨ ਨੰਬਰ ਔਰ ਐਂਡੋਮੀਟਰੀਅਮ ਰੀਜਨਰੇਟ ਹੋ ਗਏ ਕਿਉਂਕਿ ਮੈਂਸਿਸ ਵਿੱਚ ਉਹ ਖਤਮ ਹੋ ਗਈ ਸੀ, ਹੁਣ ਉਹ ਦੁਬਾਰਾ ਤੋਂ ਰੀਜਨਰੇਟ ਕਰ ਰਹੀ ਹੈ। ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧ ਰਹੇ ਹਾਂ ਇਸ ਫੇਜ਼ ਦੇ ਵਿੱਚ 13 ਡੇ ਤੱਕ ਆ ਗਿਆ, ਉਸ ਸਮੇਂ ਕੀ ਹੋਏਗਾ, ਜਿਹੜਾ ਜਿਹੜਾ FSH ਹੈ ਉਸ ਦੀ ਪੀਕ ਦੇਖੋ ਮੈਂ ਨੀਚੇ ਬਣਾਈ ਹੈ, LH ਜਿਹੜਾ ਹੈਗਾ ਉਸ ਦੀ ਪੀਕ ਜਿਹੜੀ ਹੈ ਮੈਂ ਉੱਪਰ ਬਣਾਈ ਹੈ। ਸੋ 14th ਡੇ ਤੱਕ ਆਂਦੇ ਆਂਦੇ ਜਿਹੜਾ LH ਹਾਰਮੋਨ ਹੈ ਉਸ ਦਾ ਜਿਹੜਾ ਲੈਵਲ ਹੈਗਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਇਸ ਨੂੰ ਅਸੀਂ ਬੋਲਦੇ ਹਾਂ LH ਸਰਜ। ਠੀਕ ਹੈ, ਸੋ LH ਸਰਜ ਜਦੋਂ ਆਉਂਦੀ ਹੈ ਉਸ ਸਮੇਂ ਗ੍ਰੈਫੀਨ ਫੋਲੀਕਲ ਜਿਹੜਾ ਹੈਗਾ ਉਹ ਰਪਚਰ ਹੋ ਜਾਂਦਾ ਹੈ ਔਰ ਉਸ ਦੇ ਵਿੱਚੋਂ ਸੈਕੰਡਰੀ ਓਸਾਈਟ ਜੋ ਹੈ ਉਹ ਰਿਲੀਜ਼ ਹੋ ਜਾਂਦਾ ਹੈ। ਰਾਈਟ ਬੱਚੇ, ਫੋਲੀਕੂਲਰ ਫੇਜ਼ ਨੂੰ ਅਸੀਂ ਪ੍ਰੋਲੀਫਰੇਟਿਵ ਫੇਜ਼ ਕਿਉਂ ਬੋਲਿਆ, ਬਿਕੋਜ਼ ਐਂਡੋਮੀਟਰੀਅਮ ਲੇਅਰ ਇੱਥੇ ਫੇਰ ਤੋਂ ਰੀਜਨਰੇਟ ਹੋ ਰਹੀ ਹੈ ਔਰ ਥਿਕ ਹੋ ਰਹੀ ਹੈ ਔਰ ਯੂਟਰਿਨ ਗਲੈਂਡਸ ਜਿਹੜੇ ਨੇ ਉਹ ਵੀ ਸਾਈਜ਼ ਵਿੱਚ ਇਨਕਰੀਜ਼ ਹੋ ਰਹੇ ਨੇ। ਵਾਈ, ਬਿਕੋਜ਼ ਬੱਚੇ ਇੱਥੇ ਜਿਹੜਾ ਹੈਗਾ ਹੁਣ ਬੋਡੀ ਜਿਹੜੀ ਹੈ, ਯੂਟਰਸ ਜਿਹੜਾ ਹੈ ਉਹ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਿਹਾ ਹੈ। ਕਿਉਂ ਯੂਟਰਸ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਿਹਾ ਹੈ, ਕਿਉਂਕਿ ਹੁਣ ਉਹ ਸਟੇਜ ਆਏਗੀ ਜਦੋਂ ਗ੍ਰੈਫੀਨ ਫੋਲੀਕਲ ਦੇ ਵਿੱਚੋਂ ਓਵਾ ਜਿਹੜਾ ਹੈ ਉਹ ਰਿਲੀਜ਼ ਹੋ ਜਾਏਗਾ ਔਰ ਉਹ ਫਿਰ ਬੋਡੀ ਆਪਣੇ ਆਪ ਨੂੰ ਪ੍ਰੀਪੇਅਰ ਕਰੇਗੀ। ਠੀਕ ਹੈ, ਨੈਕਸਟ ਓਵਿਊਲੇਟਰੀ ਫੇਸ। ਜਦੋਂ ਸਾਡਾ 14th ਡੇ ਆਏਗਾ ਤਾਂ ਕੀ ਹੋਏਗਾ, ਦੇਰ ਇਜ਼ ਅ ਰੈਪਿਡ ਸਿਕਰੀਸ਼ਨ ਆਫ LH। ਮੈਂ ਹੁਣੇ ਦੱਸਿਆ LH ਸਰਜ ਨੂੰ ਬੋਲਦੇ ਆ। LH ਦਾ ਲੈਵਲ, ਲਿਊਟੇਨਾਈਜ਼ਿੰਗ ਹਾਰਮੋਨ ਦਾ ਲੈਵਲ ਵੱਧ ਜਾਏਗਾ, ਜਿਸ ਦੇ ਨਾਲ ਗ੍ਰੈਫੀਨ ਫੋਲੀਕਲ ਰਪਚਰ ਹੋ ਜਾਏਗਾ ਔਰ ਓਵਮ ਜਿਹੜਾ ਹੈਗਾ ਉਹ ਰਿਲੀਜ਼ ਹੋ ਜਾਏਗਾ। ਜਦੋਂ ਓਵਮ ਰਿਲੀਜ਼ ਹੋਏਗਾ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਫੈਲੋਪੀਅਨ ਟਿਊਬਸ ਦੇ ਜਿਹੜੇ ਫਿੰਬਰੀਜ਼ ਹੁੰਦੇ ਨੇ ਉਸ ਨੂੰ ਓਵਮ ਨੂੰ ਉਹ ਕੈਚ ਕਰ ਲੈਣਗੇ ਔਰ ਉੱਥੋਂ ਟਰੈਵਲ ਹੋ ਕੇ ਓਵਮ ਜਿਹੜਾ ਹੈਗਾ ਉਹ ਐਂਪਿਊਲਾ ਇਸਥਮਸ ਦੇ ਪੁਆਇੰਟ ਕੋਲ ਜਾਏਗਾ, ਜਿਹੜਾ ਕਿ ਸਾਡਾ ਫਰਟੀਲਾਈਜੇਸ਼ਨ ਪੁਆਇੰਟ ਹੈ। ਇਸ ਡਾਇਗਰਾਮ ਨੂੰ ਦੇਖੋ ਬੱਚੇ, ਮੈਂ ਤੁਹਾਨੂੰ 13 ਡੇ ਤੋਂ ਬਾਅਦ 14 ਡੇ ਸ਼ੋ ਕੀਤਾ। ਸੋ ਇਹ 14th ਡੇ ਹੈ, 14th ਡੇ ਦੇ ਵਿੱਚ ਆਜ ਗ੍ਰੈਫੀਨ ਫੋਲੀਕਲ ਹੈ ਜੋ ਕਿ ਰਪਚਰ ਹੋ ਚੁੱਕਿਆ, ਉਹਦੇ ਚੋਂ ਸੈਕੰਡਰੀ ਓਸਾਈਟ ਰਿਲੀਜ਼ ਹੋ ਗਿਆ ਔਰ ਇਸ ਨੂੰ ਅਸੀਂ LH ਸਰਜ ਬੋਲਿਆ ਕਿਉਂਕਿ LH ਦਾ ਲੈਵਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਹਾਈ ਹੋ ਗਿਆ। ਸੋ ਓਵਿਊਲੇਸ਼ਨ ਦੀ ਇੰਪੋਰਟੈਂਟ ਗੱਲ ਤੁਸੀਂ ਯਾਦ ਰੱਖਣਾ ਹੈ ਕਿ ਓਵਿਊਲੇਸ਼ਨ ਜਿਹੜਾ ਹੈਗਾ ਉਹ 14th ਡੇ ਤੇ ਹੁੰਦਾ ਹੈ, 14th ਡੇ। ਠੀਕ ਹੈ, ਔਰ ਓਵਮ ਇਜ਼ ਰਿਸੀਵਡ ਬਾਈ ਫਿੰਬਰੀਜ਼ of the fallopian tube. Now next
ਉਸ ਤੋਂ ਬਾਅਦ ਆਪਾਂ ਨੈਕਸਟ ਫੇਜ਼ 'ਤੇ ਆ ਗਏ, ਜਿਹੜਾ ਕਿ ਸਾਡਾ 4th ਫੇਜ਼ ਹੈ। ਇਸ ਨੂੰ ਅਸੀਂ ਬੋਲਦੇ ਹਾਂ ਲਿਊਟੀਅਲ ਫੇਜ਼। ਇਟ ਇਜ਼ ਆਲਸੋ ਨੋਨ ਐਜ਼ ਸਿਕਰੀਟਰੀ ਫੇਜ਼। ਬੱਚੇ, ਜਿਹੜੀ ਸਾਡਾ ਯੂਟਰਸ ਹੈ ਜਾਂ ਸਾਡੀ ਜਿਹੜੀ ਬੋਡੀ ਹੈ, ਉਹ ਹਰ ਮੰਥ ਸਾਡਾ ਜਿਹੜਾ ਯੂਟਰਸ ਹੈਗਾ ਉਹ ਆਪਣੇ ਆਪ ਨੂੰ ਪ੍ਰੀਪੇਅਰ ਕਰਦਾ ਹੈ। ਹਰ ਮੰਥ ਉਹ ਐਜ਼ਿਊਮ ਕਰਦਾ ਹੈ ਕਿ ਐਗ ਫਰਟੀਲਾਈਜ਼ ਹੋ ਜਾਏਗਾ, ਜ਼ਾਈਗੋਟ ਬਣ ਜਾਏਗਾ। ਹਰ ਮੰਥ ਐਂਡੋਮੈਟਰੀਅਮ ਜਿਹੜੀ ਹੈ ਉਹ ਆਪਣੇ ਆਪ ਨੂੰ ਤਿਆਰੀ ਕਰਦੀ ਹੈ ਇੰਪਲਾਂਟੇਸ਼ਨ ਵਾਸਤੇ। ਠੀਕ ਹੈ, ਅਗਰ ਪ੍ਰੈਗਨੈਂਸੀ ਹੋ ਗਈ, ਫਰਟੀਲਾਈਜ਼ੇਸ਼ਨ ਹੋ ਗਈ, ਫਿਰ ਤਾਂ ਨਾਲ ਦੇ ਨਾਲ ਉਹ ਤਿਆਰ ਉਹਨੇ ਕੀਤਾ ਹੈ, ਐਂਡੋਮੈਟਰੀਅਮ ਨੇ ਆਪਣੇ ਆਪ ਨੂੰ ਪ੍ਰੋਲੀਫਰੇਟ ਕਰਕੇ ਇੰਪਲਾਂਟੇਸ਼ਨ ਵਾਸਤੇ ਤਿਆਰ ਕੀਤਾ ਹੈ। ਬਟ ਅਗਰ ਫਰਟੀਲਾਈਜ਼ੇਸ਼ਨ ਨਹੀਂ ਹੋਇਆ, ਫਿਰ ਓਵਮ ਕੀ ਕਰੇਗਾ? ਫਿਰ ਓਵਮ ਜਿਹੜਾ ਹੈਗਾ ਉਹ ਅਨਫਰਟੀਲਾਈਜ਼ਡ ਓਵਮ ਜਿਹੜਾ ਹੈ ਉਹ ਬੋਡੀ ਦੇ ਅੰਦਰ ਨਹੀਂ ਰਹੇਗਾ, ਔਰ ਉਹ ਜਿਹੜਾ ਹੈਗਾ ਮੈਂਸਟਰੁਅਲ ਫਲੋ ਦੇ ਨਾਲ ਉਹ ਬਾਹਰ ਆ ਜਾਏਗਾ। ਸੋ ਸਾਡੇ ਮੈਂਸੂਰੇਸ਼ਨ ਦਾ ਲਾਸਟ ਜਿਹੜਾ ਫੇਜ਼ ਹੈਗਾ, ਦੈਟ ਇਜ਼ ਨੋਨ ਐਜ਼ ਲਿਊਟੀਅਲ ਫੇਜ਼। ਜਦੋਂ ਗ੍ਰੈਫੀਅਨ ਫੋਲੀਕਲ ਦੇ ਵਿੱਚੋਂ ਬੱਚੇ ਓਵਮ ਬਾਹਰ ਨਿਕਲ ਗਿਆ, ਸੈਕੰਡਰੀ ਓਸਾਈਟ ਬਾਹਰ ਨਿਕਲ ਗਿਆ, ਤਾਂ ਗ੍ਰੈਫੀਅਨ ਫੋਲੀਕਲ ਕਾਹਦੇ 'ਚ ਚੇਂਜ ਹੋ ਗਿਆ? ਇਟ ਚੇਂਜਿਸ ਇਨਟੂ ਕਾਰਪਸ ਲਿਊਟੀਅਮ। ਮੈਂ ਤੁਹਾਨੂੰ ਦੱਸਿਆ ਸੀ ਇਟ ਚੇਂਜਿਸ ਇਨਟੂ ਕਾਰਪਸ ਲਿਊਟੀਅਮ। ਦੈਟਸ ਵਾਈ ਇਹਨੂੰ ਆਪਾਂ ਲਿਊਟੀਅਮ ਫੇਜ਼ ਕਹਿੰਦੇ ਹਾਂ, ਲਿਊਟੀਅਲ ਫੇਜ਼ ਕਹਿੰਦੇ ਹਾਂ। ਲਿਊਟੀਅਲ ਫੇਜ਼ ਜਿਹੜਾ ਹੈਗਾ ਇਹ 15th ਤੋਂ ਲੈ ਕੇ 28 ਡੇਜ਼ ਤੱਕ ਐਕਸਟੈਂਡ ਕਰਦਾ ਹੈ। 14 ਤੇ ਓਵਰ ਰਿਲੀਜ਼ ਹੋ ਗਿਆ, 15 ਤੋਂ ਲੈ ਕੇ 28 ਦਿਨ ਤੱਕ ਜਿਹੜਾ ਫੇਜ਼ ਹੋਏਗਾ ਉਹਨੂੰ ਅਸੀਂ ਲਿਊਟੀਅਲ ਫੇਜ਼ ਬੋਲਾਂਗੇ। ਹੁਣ ਇੱਕ ਬਹੁਤ ਇੰਟਰਸਟਿੰਗ ਗੱਲ ਹੋਏਗੀ, ਜਿਹੜਾ ਸਾਡਾ ਕਾਰਪਸ ਲਿਊਟੀਅਮ ਬਣ ਗਿਆ। ਕਾਰਪਸ ਲਿਊਟੀਅਮ ਕੀ ਹੈ? ਖਾਲੀ ਚੀਜ਼ ਹੈ, ਕਿਉਂਕਿ ਉਹਦੇ 'ਚੋਂ ਹੁਣ ਸੈਕੰਡਰੀ ਓਸਾਈਟ ਨਿਕਲ ਚੁੱਕਿਆ ਹੈ। ਸੋ ਕਾਰਪਸ ਲਿਊਟੀਅਮ ਇੱਕ ਹਾਰਮੋਨ ਸਿਕਰੀਟ ਕਰੇਗਾ, ਦੈਟ ਇਜ਼ ਪ੍ਰੋਜੈਸਟਰੋਨ। ਠੀਕ ਹੈ, ਇਹ ਹਾਰਮੋਨ ਕਾਹਦੇ ਵਾਸਤੇ ਹੈ? ਇਹ ਐਂਡੋਮੈਟਰੀਅਮ ਨੂੰ ਮੇਨਟੇਨ ਕਰਦਾ ਹੈ। ਹੁਣ ਇੱਥੇ ਕੀ ਹੋਏਗਾ? ਨਵਾਂ ਹਾਰਮੋਨ ਬਣਿਆ, ਲੇਕਿਨ ਨਾਲ ਦੀ ਨਾਲ ਜਿਹੜੇ FSH ਔਰ LH ਬਣ ਰਹੇ ਸੀ ਉਹ ਹੁਣ ਬਣਨੇ ਖਤਮ ਹੋ ਗਏ, ਕਿਉਂਕਿ ਉਹਨਾਂ ਦੀ ਹੁਣ ਲੋੜ ਨਹੀਂ ਹੈ। ਸਾਡਾ ਓਵਮ ਰਿਲੀਜ਼ ਹੋ ਚੁੱਕਿਆ, ਸਾਨੂੰ ਹੋਰ ਫੋਲੀਕਲਸ ਦੀ ਹਜੇ ਲੋੜ ਨਹੀਂ ਹੈ, ਬਿਕੋਜ਼ ਐਵਰੀ ਮੰਥ ਸਾਨੂੰ ਕੀ ਚਾਹੀਦਾ? ਇੱਕ ਹੀ ਓਵਮ ਚਾਹੀਦਾ ਹੈ। ਠੀਕ ਹੈ, ਸੋ ਹੁਣ ਐਂਡੋਮੈਟਰੀਅਮ ਕੀ ਹੈ? ਐਂਡੋਮੈਟਰੀਅਮ ਪ੍ਰੋਲੀਫਰੇਟ ਹੋ ਰਹੀ ਹੈ, ਔਰ 5 mm ਜਿਹੜੀ ਹੈ ਉਹਦੀ ਥਿਕਨੈਸ ਹੋ ਗਈ। ਐਂਡੋਮੈਟਰੀਅਮ ਕਿਉਂ ਪ੍ਰੋਲੀਫਰੇਟ ਹੋ ਰਹੀ ਹੈ? ਕਿਉਂਕਿ ਐਂਡੋਮੈਟਰੀਅਮ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ ਫॉर ਦਾ ਇੰਪਲਾਂਟੇਸ਼ਨ। ਐਂਡ ਯੂਟਰੀਨ ਗਲੈਂਡਸ ਜਿਹੜੇ ਨੇ ਉਹ ਵੀ ਹੋਰ ਜ਼ਿਆਦਾ ਸਿਕਰੀਟਰੀ ਹੋ ਰਹੇ ਨੇ। ਇਹ ਸਾਰਾ ਕੁਝ ਕੌਣ ਕਿਹਦੀ ਪ੍ਰੈਜ਼ੈਂਸ 'ਚ ਹੋ ਰਿਹਾ ਹੈ? ਪ੍ਰੋਜੈਸਟਰੋਨ। ਰਾਈਟ, ਹੁਣ ਕੀ ਹੋਏਗਾ? ਬੋਡੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ। ਅਗਰ ਫਰਟੀਲਾਈਜ਼ੇਸ਼ਨ ਨਹੀਂ ਹੋਈ, ਜ਼ਾਈਗੋਟ ਨਹੀਂ ਬਣਿਆ, ਤਾਂ ਨਾਲ ਦੀ ਨਾਲ ਜਿਹੜਾ ਪ੍ਰੋਜੈਸਟਰੋਨ ਐਂਡੋਮੈਟਰੀਅਮ ਨੂੰ ਮੇਨਟੇਨ ਕਰ ਰਿਹਾ ਸੀਗਾ ਉਸ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ। ਔਰ ਜਿੱਦਾਂ ਹੀ ਪ੍ਰੋਜੈਸਟਰੋਨ ਦਾ ਲੈਵਲ ਘਟਣਾ ਸ਼ੁਰੂ ਹੋਇਆ, ਉਸ ਤਰ੍ਹਾਂ ਹੀ ਫਿਰ ਸਾਡੀ ਐਂਡੋਮੈਟਰੀਅਮ ਦੁਬਾਰਾ ਤੋਂ ਡਿਸਇੰਟੀਗ੍ਰੇਸ਼ਨ ਸ਼ੁਰੂ ਹੋ ਗਈ। ਠੀਕ ਹੈ, ਕਿਉਂਕਿ ਐਂਡੋਮੈਟਰੀਅਮ ਨੂੰ ਕੌਣ ਬਣਾ ਰਿਹਾ, ਕੌਣ ਮੇਨਟੇਨ ਕਰ ਰਿਹਾ ਐਂਡੋਮੈਟਰੀਅਮ ਨੂੰ? ਦੈਟ ਇਜ਼ ਪ੍ਰੋਜੈਸਟਰੋਨ। ਹੁਣ ਉਹਦਾ ਲੈਵਲ ਘਟਿਆ, ਐਂਡੋਮੈਟਰੀਅਮ ਲੇਅਰ ਜਿਹੜੀ ਹੈ ਉਹ ਫਿਰ ਤੋਂ ਡਿਸਇੰਟੀਗ੍ਰੇਟ ਸ਼ੁਰੂ ਹੋ ਗਈ। ਜਦੋਂ ਫਿਰ ਤੋਂ ਡਿਸਇੰਟੀਗ੍ਰੇਸ਼ਨ ਸ਼ੁਰੂ ਹੋਈ, ਫਿਰ ਕੀ ਹੋਇਆ? ਫਿਰ ਬਲੀਡਿੰਗ ਆ ਗਈ। ਜਦੋਂ ਫਿਰ ਬਲੀਡਿੰਗ ਆ ਗਈ ਤਾਂ ਫਿਰ ਸਾਡਾ ਕੀ ਹੋਇਆ? ਨੈਕਸਟ ਸਾਈਕਲ, ਨੈਕਸਟ ਮੈਂਸਟਰੂਏਸ਼ਨ ਸਾਈਕਲ ਜਿਹੜਾ ਹੈ ਉਹ ਸ਼ੁਰੂ ਹੋ ਗਿਆ। ਸੋ ਇੱਥੋਂ ਮੈਂ ਤੁਹਾਨੂੰ ਸ਼ੁਰੂ ਕੀਤਾ ਸੀ ਬੱਚੇ, ਹੁਣ ਤੁਹਾਨੂੰ ਸਮਝ ਆ ਗਿਆ। ਦੇਖੋ, ਮੈਂ ਤੁਹਾਨੂੰ ਫਸਟ ਮੈਂਸਟਰੂਏਸ਼ਨ 'ਚ ਦੱਸਿਆ ਸੀ ਐਂਡੋਮੈਟਰੀਅਮ ਲੌਸਟ ਹੋ ਰਹੀ ਹੈ, ਓਵਮ ਅਨਫਰਟੀਲਾਈਜ਼ਡ ਹੈ, ਪ੍ਰੋਜੈਸਟਰੋਨ ਦਾ ਲੈਵਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਲੋ ਹੈ। ਸੋ ਆਈ ਹੋਪ ਹੁਣ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਏਗੀ। ਨਾਓ, ਇਹ ਬੱਚੇ NCERT ਦਾ ਡਾਇਗਰਾਮ ਹੈ, ਬਹੁਤ ਹੀ ਇੰਟਰਸਟਿੰਗ ਡਾਇਗਰਾਮ ਹੈ। ਇਹਦੇ ਵਿੱਚ ਸਾਰੇ ਹਾਰਮੋਨਲ ਕੰਟਰੋਲਸ ਨੇ। ਸੋ ਫਸਟ ਦੇਖੋ, ਸਾਡਾ ਫਸਟ 5 ਡੇਜ਼ ਸਾਡੇ ਮੈਂਸੂਰੇਸ਼ਨ ਦੇ ਡੇਜ਼ ਨੇ, ਔਰ ਇਸ ਦੇ ਵਿੱਚ ਦੇਖੋ ਬਲੀਡਿੰਗ ਹੋ ਰਹੀ ਹੈ। ਫਸਟ ਹਾਰਮੋਨ ਪ੍ਰੋਜੈਸਟਰੋਨ ਦਾ ਲੈਵਲ ਬਹੁਤ ਘੱਟ ਹੈ, ਐਸਟ੍ਰੋਜਨ ਘੱਟ ਹੈ, FSH LH ਘੱਟ ਨੇ, ਕਿਉਂਕਿ ਬਲੀਡਿੰਗ ਦਾ ਫੇਜ਼ ਹੈ। ਉਸ ਤੋਂ ਬਾਅਦ ਨੈਕਸਟ ਜਦੋਂ ਫੋਲੀਕੂਲਰ ਫੇਜ਼ ਆ ਰਿਹਾ, ਦੇਖੋ ਐਂਡੋਮੈਟਰੀਅਮ ਜਿਹੜੀ ਹੈ ਪ੍ਰੋਲੀਫਰੇਟ ਕਰ ਰਹੀ ਹੈ, ਫੋਲੀਕਲਸ ਜਿਹੜੇ ਨੇ ਉਹ ਗਰੋ ਕਰ ਰਹੇ ਨੇ, ਔਰ LH ਜਿਹੜਾ ਹੈਗਾ ਔਰ FS ਜਿਹੜਾ ਹੈਗਾ ਦਾ ਲੈਵਲ ਵੱਧ ਰਿਹਾ। ਪਰ ਜਿੱਦਾਂ ਹੀ ਅਸੀਂ 14th ਦੇ ਆਉਂਦੇ ਹਾਂ, ਓਵੂਲੇਸ਼ਨ, ਆ ਦੇਖੋ ਓਵੂਲੇਸ਼ਨ, ਉਸ ਸਮੇਂ ਕੀ ਹੈ? ਦੇਖੋ LH ਦਾ ਲੈਵਲ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ, ਔਰ ਜਿਹਨੂੰ ਅਸੀਂ LH ਸਰਜ ਹੋ ਰਿਹਾ। ਓਵੂਲੇਸ਼ਨ 14th ਨੂੰ ਹੋ ਗਿਆ, ਗ੍ਰੈਫੀਨ ਫੋਲੀਕਲ ਰਪਚਰ ਹੋ ਗਿਆ, ਔਰ ਓਵਾ ਜਿਹੜਾ ਹੈਗਾ ਉਹ ਰਿਲੀਜ਼ ਹੋ ਗਿਆ। ਜਿੱਦਾਂ ਹੀ ਓਵਾ ਰਿਲੀਜ਼ ਹੋਇਆ, ਨੈਕਸਟ ਸਾਡਾ ਫੇਜ਼ ਆਇਆ, ਕਾਰਪਸ ਲਿਊਟੀਅਮ ਬਣ ਗਿਆ। ਦਿਸ ਇਜ਼ ਕਾਰਪਸ ਲਿਊਟੀਅਮ। ਜਦੋਂ ਕਾਰਪਸ ਲਿਊਟੀਅਮ ਬਣਿਆ, 15th ਤੋਂ ਲੈ ਕੇ ਜਿਹੜਾ 28 ਤੱਕ ਜਿਹੜੇ ਡੇਜ਼ ਨੇ, ਦੈਟ ਇਜ਼ ਲਿਊਟੀਅਲ ਫੇਜ਼ ਸੀਗਾ। ਦੇਖੋ ਲਿਊਟੀਅਲ ਫੇਜ਼ ਦੇ ਵਿੱਚ ਜਿਹੜਾ ਪ੍ਰੋਜੈਸਟਰੋਨ ਹਾਰਮੋਨ ਹੈ, ਦੇਖੋ ਕਿੱਦਾਂ ਉਹ ਇਨਕਰੀਜ਼ ਹੋ ਗਿਆ, ਔਰ ਦੂਜੇ FSH LH ਜਿਹੜੇ ਨੇ ਉਹ ਡਿਕਰੀਜ਼ ਹੋ ਗਏ।
ठीक है। और एंडोमेट्रियम देखो कितनी अच्छी तरह एंडोमेट्रियम जी है वो प्रोलीफरेट हो रही है, एंडोमेट्रियम जी है वो प्रोलीफरेट हो रही है, इंप्लांटेशन वास्ते बॉडी अपने आप को प्रिपेयर कर रही है। पर जिद्दां ही आप अगे 28-29 डेज़ होए, फिर की होया एकदम देखो प्रोजेस्टेरॉन का लैवल फिर तो गिर गया, जिस दे नाल साडे नैक्सट मैंसिस आ गए, एंडोमेट्रियम फिर तो डिसइंटीग्रेट हो गया और साडे बॉडी दे विच साडा नैक्सट साइकिल जिहड़ा है वो शुरू हो गया। सो बच्चे ये ह्यूमन फीमेल का मैंस्ट्रुएशन साइकिल है जिहदे कि डिफरेंट फेज़ ने, और ये आई होप तुहानू ये डायग्राम समझ आ गया होएगा। मैं तुहानू पार्ट करके सारी हार्मोनल कंट्रोल एक्सप्लेन करने की कोशिश की है, और मैं तुहानू उहदे नोट्स भी सेंड करूँगी, उहदे नाल रिलेट करके तुसीं इसनू समझण की कोशिश करियो। और ये जिहड़ा मैंस्ट्रुएशन साइकिल है ये एग्जामिनेशन पॉइंट ऑफ व्यू नाल बहुत इंपॉर्टेंट है। इहदे विच्चों ईवन जिहड़ा साडा सैक्शन ई का क्वेश्चन है 5 मार्क क्वेश्चन मोस्टली इस दे विच्चों आंदा है, और शॉर्ट क्वेश्चन 1 मार्क क्वेश्चन भी आ सकता है। सो लैट्स कम टू द नेक्स्ट टॉपिक। सो बच्चे ये अज साडा अज दा लास्ट टॉपिक है दैट इज़ नोन एज ईस्ट्रस साइकिल। मैं तुहानू स्टार्टिंग दे विच दस्सिया सी कि जिहड़े प्राइमेट्स ने उन्हां दे विच मैंस्ट्रुएशन मैंस्ट्रुअल साइकिल हुंदा है, जबकि जिहड़े बाकी जिहड़े मैमल्स हैगे ने उन्हां दे विच ईस्ट्रस साइकिल हुंदा है। और ये सारे जिहड़े ने ये सीजनल ब्रीडर्स ने, ये हमेशा ब्रीड नहीं कर सकते, ये सीजनल ब्रीडर्स हुंदे ने। इन्हां दे जिहड़े गोनैड्स हुंदे ने ये उस जदों इन्हां दा सीजन आंदा है ब्रीडिंग दा उदों इन्हां दे गोनैड्स जिहड़े ने वो एक्टिव हो जाते हैं और इन्हां दी फीमेल जिहड़ी है वो रिसैप्टिव हो जाती है और ये जिहड़े ने ये फर्टिलाइज़ हो सकते हैं। जिवें इहदे विच कुछ इहो ਜਿਹੇ एनीमल्स हुंदे ने जो कि एक साल दे विच उन्हां दा जिहड़ा ईस्ट्रस साइकिल है सिर्फ 1 ईस्ट्रस साइकिल हुंदा है पर ईयर, और इन्हां नूं असीं मोनो ईस्ट्रस कहने आ। जिवें डियर हैगा, कुछ इस तरह के एनीमल्स ने जिहड़े 22 ईस्ट्रस हुंदे ने, उन्हां दा ईस्ट्रस साइकिल 2 वारी हुंदा है पर ईयर, जिवें कैट्स एंड डॉग्स ने। कुछ जिहड़े हुंदे ने वो पॉली ईस्ट्रस हुंदे ने जिवें रैट्स एंड गिनी पिग्स। सो जिहड़ा ईस्ट्रस साइकिल है इसका और मैंस्ट्रुएशन नाल इहदा मेन डिफरेंस ये है, इस दे विच इन्हां एनीमल्स दे विच कोई मैंस्ट्रुएशन नहीं हुंदा, नो मैंस्ट्रुएशन नो ब्लीडिंग। और इस दे विच जिहड़ा एंडोमेट्रियम है वो रीअबजॉर्ब हो जाता है, एंडोमेट्रियम जिहड़ा हैगा वो डिसइंटीग्रेट नहीं हुंदा। मोस्ट ऑफ द मैमल्स जिहड़े ने उन्हां च ईस्ट्रस साइकिल हुंदा है, और जदों इन्हां दा सीजन आंदा है, जदों इन्हां दा ब्रीडिंग सीजन आंदा है, क्योंकि ये सीजनल ब्रीडर्स ने, उस समय फीमेल जिहड़ी है वो रिसैप्टिव होएगी, और अगर ये कोपुलेशन करनगे फर्टिलाइज़ हो गया तो फिर वो अगे रिप्रोड्यूस कर सकते हैं। बट इस दे विच मैंस्ट्रुएशन जिहड़ी है वो नहीं होंदी। सो बच्चे आपां इन्ना ही इहदे विच करना है। सो आई होप कि तुहानूं अज दे मेरे टॉपिक्स समझ आ गए होणगे, जो कि बहुत इन्फॉर्मेटिव सी, इंटरस्टिंग सीगे। एवरी मंथ साडी बॉडी दे विच मैंस्ट्रुएशन हो रही है, और वो साडी बॉडीज़ जिहड़ी है हर मंथ साडा यूट्रस बॉडी नूं प्रिपेयर करता है फॉर द प्रेगनेंसी। और अगर प्रेगनेंसी नहीं हो रही तो एवरी मंथ साडे जिहड़े है वो मैंस्ट्रुएशन होएगी, और अनफर्टिलाइज्ड जिहड़ा एग हैगा अलॉन्ग विद एंडोमेट्रियम लेयर अलॉन्ग विद ब्लड वो बाहर आ जाता है, विच इज़ मैंस्ट्रुएशन, और जिन्हों आपां मैंसिस भी बोलते हैं। सो बच्चे इसनूं तुसीं ध्यान नाल पढ़ना है। तुहाडा कोई क्वेश्चन है दैन यू कैन आस्क मी। थैंक यू सो मच फॉर वॉचिंग।